गुड आफ्टरनून माय डियर स्टूडेंट्स। ਜਦੋਂ ਆਪਾਂ ਟੈਂਸਸ ਤੇ ਸੈਂਟੈਂਸਸ ਦੀ ਗੱਲ ਕਰ ਰਹੇ ਸੀ, ਖਾਸ ਤੌਰ ਤੇ ਜਦੋਂ ਆਪਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦੀ ਗੱਲ ਕੀਤੀ, ਪਾਸਟ ਪਰਫੈਕਟ ਕੰਟੀਨਿਊਸ ਦੀ ਗੱਲ ਕੀਤੀ, ਫਿਊਚਰ ਪਰਫੈਕਟ ਕੰਟੀਨਿਊਸ ਦੀ ਗੱਲ ਕੀਤੀ, ਤੇ ਉਹਦੇ ਐਂਡ ਵਿੱਚ ਸਿੰਸ ਫॉर ਯੂਜ਼ ਹੋ ਰਹੀ ਸੀ। ਮੈਂ ਇਹ ਵੀ ਕਿਹਾ ਸੀ ਕਿ ਜ਼ਰੂਰੀ ਨਹੀਂ ਹਰ ਵਾਰੀ ਉਹ ਯੂਜ਼ ਹੋਣ, ਸਿੰਸ ਫॉर ਅੰਡਰਸਟੂਡ ਵੀ ਹੁੰਦੇ ਆ, ਬਟ ਜਦੋਂ ਵੀ ਯੂਜ਼ ਹੁੰਦੇ ਆ ਤਾਂ ਸਾਨੂੰ ਉਹਨਾਂ ਦਾ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਤੋਂ ਇਲਾਵਾ ਇਹ ਪ੍ਰੈਜ਼ੈਂਟ ਪਰਫੈਕਟ, ਪਾਸਟ ਪਰਫੈਕਟ, ਫਿਊਚਰ ਪਰਫੈਕਟ ਵੀ ਯੂਜ਼ ਹੋ ਸਕਦੇ ਆ। ਸੋ ਯਾਨੀ ਪਰਫੈਕਟ ਟੈਂਸਸ ਵਿੱਚ ਯੂਜ਼ ਹੁੰਦੇ ਆ ਜ਼ਿਆਦਾਤਰ। ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਜਾਂ ਪਾਸਟ ਪਰਫੈਕਟ ਕੰਟੀਨਿਊਸ ਚ ਇਹ ਯੂਜ਼ ਹੁੰਦੇ ਆ। ਸੋ ਆਪਾਂ ਇਹਨਾਂ ਨੂੰ ਦੇਖਦੇ ਹਾਂ ਕਿ ਸਿੰਸ ਫॉर ਦੀ ਬੱਚਿਆਂ ਨੂੰ ਕਨਫਿਊਜ਼ਨ ਰਹਿੰਦੀ ਹੈ ਕਿ ਸਿੰਸ ਕਿੱਥੇ ਯੂਜ਼ ਹੋਏਗਾ, ਫॉर ਕਿੱਥੇ ਯੂਜ਼ ਹੋਏਗਾ। ਸੋ ਅਗਰ ਤੇ ਅਸੀਂ ਸਿੰਪਲ ਰੂਲ ਲਈਏ ਕਿ ਵੀ ਸਿੰਸ ਕਿੱਥੇ ਯੂਜ਼ ਹੋਏਗਾ, ਤਾਂ ਸਿੰਸ ਇਜ਼ ਫॉर ਪੁਆਇੰਟ ਆਫ ਟਾਈਮ, ਪੁਆਇੰਟ, ਪਾਸਟ ਪੁਆਇੰਟ ਆਫ ਟਾਈਮ, ਪਿਛਲੇ ਸਮੇਂ ਦੇ ਵਿੱਚ ਕੋਈ ਪੁਆਇੰਟ ਆਫ ਟਾਈਮ ਹੈ, ਕੋਈ ਸਮੇਂ ਦਾ ਇੱਕ ਕੇਂਦਰ ਬਿੰਦੂ ਕਹਿ ਲਓ ਜਾਂ ਇੱਕ ਪੁਆਇੰਟ ਆਫ ਟਾਈਮ ਹੈ, ਇੱਕ ਸਮਾਂ ਹੈ, ਸਮੇਂ ਦਾ ਇੱਕ ਪਹਿਰ ਹੈ। आओ देखते हैं किमें, एग्जाम्पल ਨਾਲ देखते हैं। ये प्रेजेंट है, आ फ्यूचर है, अगे चल रहा समा। मान लो ये प्रेजेंट है, मान लो हुण 1:30 बजे है या 2 बजे है। ओके, असी इस तो पिछे जा रहे हैं पास्ट विच असी इत्थे 12 बजे चले गए। सो मान लो ये 1 है, तो असी की कह रहे हैं कि ओह पिछले 2 घंटे तो खेड रहा है। ਹੁਣ ਇਹਦੇ ਵਿੱਚ ਕੰਮ ਤੇ ਚੱਲ ਰਿਹਾ ਪਰ ਪਿਛਲੇ 2 ਘੰਟੇ ਤੋਂ ਚੱਲ ਰਿਹਾ। ਸੌਰੀ ਇੱਥੇ ਉਹ 1 ਵਜੇ ਤੋਂ ਜਾਂ 12 ਵਜੇ ਤੋਂ ਖੇਡ ਰਿਹਾ ਹੈ। ਇਹ ਪੁਆਇੰਟ ਆਫ ਟਾਈਮ ਆ ਗਿਆ 12। ਮੰਨ ਲਓ ਇਹ 2 ਹੈ, ਇਹ 12। ਉਹ 12 ਵਜੇ ਤੋਂ ਖੇਡ ਰਿਹਾ ਹੈ। ਅਸੀਂ ਪ੍ਰੈਜ਼ੈਂਟ ਚ ਹੁੰਦੇ ਹੋਏ ਪਾਸਟ ਵਿੱਚ ਗਏ, ਪਾਸਟ ਵਿੱਚ ਇੱਕ ਪੁਆਇੰਟ ਆਫ ਟਾਈਮ ਤੇ ਗਏ, ਇੱਕ ਪਹਿਰ ਤੇ ਗਏ, ਪਹੁੰਚ ਗਏ, ਇੱਕ ਪੜਾਵ ਤੇ ਪਹੁੰਚ ਗਏ। ਮੈਂ ਪਹਿਰ ਸ਼ਾਇਦ ਸ਼ਬਦ ਗਲਤ ਯੂਜ਼ ਕਰ ਰਿਹਾ, ਪੜਾਵ ਤੇ ਪਹੁੰਚ ਗਏ। ਤਾਂ ਉਸ ਪੁਆਇੰਟ ਆਫ ਟਾਈਮ ਤੋਂ ਲੈ ਕੇ ਹੁਣ ਤੱਕ ਦਾ ਐਕਸ਼ਨ ਦੀ ਗੱਲ ਹੋ ਰਹੀ ਹੈ। ਪਰ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਸਾਡਾ ਸਾਰੇ ਦਾ ਸਾਰਾ ਧਿਆਨ ਇਸ ਪੁਆਇੰਟ ਆਫ ਟਾਈਮ ਤੇ ਹੈ। ਉਹ 12 ਵਜੇ ਤੋਂ ਕੰਮ ਕਰ ਰਿਹਾ ਹੈ। ਕਦੋਂ ਤੋਂ? 12 ਵਜੇ ਤੋਂ। ਸੋ ਪਿਛਲਾ ਸਮਾਂ ਪੁਆਇੰਟ ਆਫ ਟਾਈਮ ਤੇ ਸਾਰਾ ਧਿਆਨ ਕੇਂਦਰਿਤ ਹੈ ਕਿ ਕਦੋਂ ਤੋਂ ਕੰਮ ਸ਼ੁਰੂ ਹੋਇਆ। ਸੋ ਅਸੀਂ ਇਸ ਨੂੰ ਹੋਰ ਸੈਂਟੈਂਸ 'ਚ ਵੀ ਦੇਖਦੇ ਹਾਂ। I have been teaching since July 1991। 2020 है। मान लो यह 1991 है। 92, 93, 94 करदा साल अगे वध रहे हैं ते मैं 2020 ਦੇ ਵਿੱਚ ਗੱਲ ਕਰ ਰਿਹਾ ਕਿ ਮੈਂ ਟੀਚਿੰਗ ਦੇ ਤੌਰ ਤੇ, ਟੀਚਰ ਦੇ ਤੌਰ ਤੇ ਜੁਲਾਈ 1991 ਤੋਂ ਪੜ੍ਹਾ ਰਿਹਾ ਹਾਂ। ਸੋ ਮੈਂ ਪੜ੍ਹਾ ਰਿਹਾ ਹਾਂ। ਸ਼ੁਰੂ ਕਦੋਂ ਕੀਤਾ ਸੀ? ਉਹ ਸ਼ੁਰੂ ਕਰਨ ਦਾ ਟਾਈਮ ਦੱਸਿਆ ਜਾ ਰਿਹਾ ਜੁਲਾਈ 1991। ਸੋ ਇੱਕ ਪੁਆਇੰਟ ਆਫ ਟਾਈਮ ਮੈਂ ਦੱਸ ਦਿੱਤਾ ਕਿ ਉਹ ਕਿਹੜਾ ਸਮਾਂ ਸੀ ਜਦੋਂ ਮੈਂ ਸ਼ੁਰੂ ਕੀਤਾ। ਐਸੇ ਤਰ੍ਹਾਂ ਯੂ ਹੈਵ ਬੀਨ ਅੰਡਰ ਕਰਫਿਊ ਸਿੰਸ ਮਾਰਚ। ਤੁਸੀਂ ਮੰਨ ਲਓ ਹੁਣ ਇਹ ਜਿਵੇਂ ਹੁਣ April ਚੱਲ ਰਿਹਾ ਤਾਂ ਮਾਰਚ ਤੋਂ ਅਸੀਂ ਸਾਰੇ ਜਾਂ ਤੁਸੀਂ ਕਰਫਿਊ ਦੇ ਅੰਡਰ ਹੋ। तो हम ਇਹਦੇ ਵਿੱਚ ਹੈ ਪਲੱਸ ਬੀਨ ਮਤਲਬ ਹੈ ਪਲੱਸ ਥਰਡ ਫਾਰਮ, ਯਾਨੀ ਇਹ ਪ੍ਰੈਜ਼ੈਂਟ ਪਰਫੈਕਟ ਟੈਂਸ ਹੈ। ਜਿਵੇਂ ਮੈਂ ਹੁਣੇ ਕਹਿ ਰਿਹਾ ਸੀ ਕਿ ਇਹ ਪ੍ਰੈਜ਼ੈਂਟ ਪਰਫੈਕਟ, ਪਾਸਟ ਪਰਫੈਕਟ ਵਿੱਚ ਵੀ ਯੂਜ਼ ਹੋ ਸਕਦਾ ਹੈ। ਸੋ ਯੂ ਹੈਵ ਬੀਨ ਅੰਡਰ ਕਰਫਿਊ ਸਿੰਸ ਮਾਰਚ। ਸੋ ਮਾਰਚ ਤੋਂ ਤੁਸੀਂ ਹੁਣ ਤੱਕ ਕਰਫਿਊ ਦੇ ਅੰਡਰ ਹੋ। ਸੋ ਫਿਰ ਇਸ ਵਕਤ ਕਰਫਿਊ ਦੇ ਅੰਡਰ ਹੋ। ਸ਼ੁਰੂ ਕੰਮ ਕਦੋਂ ਹੋਇਆ ਸੀ? ਮਾਰਚ ਵਿੱਚ। ਸੋ ਪੁਆਇੰਟ ਆਫ ਟਾਈਮ ਮਿਲ ਰਿਹਾ ਪਿਛਲੇ ਸਮੇਂ ਜਦੋਂ ਕੰਮ ਸ਼ੁਰੂ ਹੋਇਆ ਸੀ। ਐਸੇ ਤਰ੍ਹਾਂ ਆਈ ਜਾਂ ਵੀ ਹੈਵ ਲਿਵਡ ਇਨ ਸਰਹਿੰਦ ਸਿੰਸ 1978। ਮੈਂ ਇਸ ਘਰ ਵਿੱਚ, ਸਰਹੰਦ ਵਿੱਚ, ਇਸ ਘਰ ਦੇ ਵਿੱਚ ਹੁਣ ਤੱਕ ਯਾਨੀ 1978 ਤੋਂ ਲੈ ਕੇ ਹੁਣ ਤੱਕ ਰਹਿ ਚੁੱਕਾ ਹਾਂ। ਕੱਲ ਦਾ ਕੋਈ ਭਰੋਸਾ ਨਹੀਂ, ਬਟ ਹੁਣ ਤੱਕ ਰਹਿ ਚੁੱਕਾ ਹਾਂ। ਜੋ ਵਰਤਮਾਨ ਹੈ ਜਾਂ ਪਾਸਟ ਦੀ ਜਿਹੜੀ ਉਹ ਗੱਲ ਹੈ ਕਰ ਰਹੇ ਆਪਾਂ। ਸੋ 1978 ਤੋਂ ਲੈ ਕੇ ਹੁਣ ਤੱਕ ਰਹਿ ਚੁੱਕਾ, ਇੰਨੀ ਦੇਰ ਹੋ ਚੁੱਕੀ ਹੈ। ਸੋ ਇਹ ਪੁਆਇੰਟ ਆਫ ਟਾਈਮ ਦੱਸ ਰਿਹਾ ਮੈਂ ਕਿ 1978 ਤੋਂ ਇੱਥੇ
मैं रह चुका हाँ। मैं शुरू कदों किया सी रहना इत्थे 1978 ਨੂੰ। सो ऐसे तरह दे हैड बीन वर्किंग इन द फील्ड सिंस मॉर्निंग। मान लो हुण मान लो 11 ਵਜੇ है ਤੇ ਉਹ ਸਵੇਰ ਦੇ 7 ਵਜੇ ਤੋਂ ਖੇਤਾਂ ਦੇ ਵਿੱਚ ਕੰਮ ਕਰ ਰਹੇ ਆ, ਤਾਂ ਅਸੀਂ ਕੀ ਕਹਾਂਗੇ, ਉਹ ਸਵੇਰ ਤੋਂ ਮਾਰਨਿੰਗ ਦੱਸਦਾ, ਟਾਈਮ ਦੱਸਦਾ ਕਿ ਉਹ ਮਾਰਨਿੰਗ ਤੋਂ, ਇੱਥੇ ਆਪਾਂ 7 ਵੀ ਕਹਿ ਸਕਦੇ ਸੀ, ਉਹ ਵੀ ਪੁਆਇੰਟ ਆਫ ਟਾਈਮ ਹੈ ਕਿਉਂਕਿ ਅਸੀਂ ਇੱਕ ਪੁਆਇੰਟ ਦੱਸਦਾ ਵੀ 7 ਵਜੇ ਤੋਂ ਇੱਥੋਂ ਕੰਮ ਸ਼ੁਰੂ ਹੋਇਆ 7 ਵਜੇ, ਜਾਂ ਮਾਰਨਿੰਗ ਜਾਂ ਜਿਵੇਂ ਜੁਲਾਈ 91 ਹੈ, ਉਹ ਕੰਮ ਚੱਲਦਾ ਚੱਲਦਾ ਇੱਥੇ ਪਹੁੰਚ ਗਿਆ। ਸੋ ਸਵੇਰ ਤੋਂ ਹੁਣ ਤੱਕ ਕੰਮ ਚੱਲਦਾ ਆ ਰਿਹਾ ਹੈ ਤੇ ਮੈਂ ਸਵੇਰ ਦੀ ਗੱਲ ਕਰ ਰਿਹਾ ਕਿ ਸ਼ੁਰੂ ਕਦੋਂ ਹੋਇਆ ਸੀ, ਸਵੇਰੇ ਸ਼ੁਰੂ ਹੋਇਆ ਸੀ। ਸੋ ਇੱਕ ਉਹ ਸਟਾਰਟਿੰਗ ਪੁਆਇੰਟ ਮਿਲ ਗਿਆ ਸਾਨੂੰ। ਓਕੇ, ਇਹ ਕੰਮ ਚੱਲਦਾ ਜਾ ਰਿਹਾ ਹੈ, ਇਹ ਕੰਮ ਇਸ ਤਰ੍ਹਾਂ ਚੱਲਦਾ ਜਾ ਰਿਹਾ ਹੈ, ਅਸੀਂ ਦੱਸ ਰਹੇ ਹਾਂ ਕਿ ਕੰਮ ਸ਼ੁਰੂ ਇੱਥੇ ਹੋਇਆ ਸੀ। ਤਾਂ ਅਸੀਂ ਜਦੋਂ ਉਹ ਪੁਆਇੰਟ ਆਫ ਟਾਈਮ ਦੱਸ ਰਹੇ ਹਾਂ, ਸਟਾਰਟਿੰਗ ਪੁਆਇੰਟ ਦੱਸ ਰਹੇ ਹਾਂ ਕਿ ਸ਼ੁਰੂ ਕਦੋਂ ਹੋਇਆ ਸੀ, ਤਾਂ ਉਦੋਂ ਸਿੰਸ ਦੀ ਲੋੜ ਪੈਂਦੀ ਹੈ। ਆਈ ਹੋਪ ਯੂ ਅੰਡਰਸਟੈਂਡ। ਐਸੇ ਤਰ੍ਹਾਂ ਹੁਣ ਫॉर ਦੀ ਗੱਲ ਕਰਾਂਗੇ। ਫॉर ਜਿਹੜਾ ਹੈ ਪੀਰੀਅਡ ਆਫ ਟਾਈਮ ਜਾਂ ਡਿਊਰੇਸ਼ਨ ਆਫ ਟਾਈਮ ਦੀ ਗੱਲ ਕਰਦਾ ਹੈ। ਕਿੰਨਾ ਦੇਰ ਹੋ ਗਈ, ਪੀਰੀਅਡ ਮਤਲਬ ਡਿਊਰੇਸ਼ਨ ਕਿੰਨੀ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਟੋਟਲ ਟਾਈਮ ਕਿੰਨਾ ਹੋ ਗਿਆ। ਜਿਵੇਂ ਮੈਂ ਇੱਥੇ ਇਹ ਇਲਸਟ੍ਰੇਸ਼ਨ ਕੀਤੀ ਹੈ, ਇੱਥੇ ਵੀ ਕੀਤਾ ਹੈ, ਤਾਂ ਇਹਦੇ ਵਿੱਚ ਕੀ ਹੈ, ਇਹ ਵੀ ਵਰਤਮਾਨ ਸਮਾਂ ਹੈ। ਓਕੇ, ਮੰਨ ਲਓ ਹੁਣ ਦਾ ਹੀ ਹੈ, ਮੰਨ ਲਓ 2 ਵਜੇ ਹੈ, ਹੁਣ ਪ੍ਰੈਜ਼ੈਂਟ ਹੈ, ਤੇ ਮੰਨ ਲਓ ਮੈਂ 1 ਵਜੇ ਤੋਂ ਪੜ੍ਹਾ ਰਿਹਾ ਹਾਂ, ਜਾਂ ਇਹ 2 ਵਜੇ ਹੈ, ਮੈਂ 1 ਵਜੇ ਤੋਂ ਪੜ੍ਹਾ ਰਿਹਾ ਹਾਂ। ਤਾਂ ਮੈਂ ਹੁਣ 1 ਵਜੇ ਦੀ ਦੱਸਣ ਦੀ ਬਜਾਏ ਜੇ ਤਾਂ ਮੈਂ 1 ਕਹਿਣਾ ਫਿਰ ਤਾਂ ਸਿੰਸ ਆ ਜਾਏਗਾ, ਠੀਕ ਹੈ ਨਾ। ਆਈ ਹੈਵ ਬੀਨ ਟੀਚਿੰਗ ਸਿੰਸ 1 o'clock। ਬਟ ਮੰਨ ਲਓ ਮੈਂ ਇਹ ਕਹਿਣਾ ਚਾਹੁੰਦਾ ਮੈਂ 1 ਘੰਟੇ ਤੋਂ ਪੜ੍ਹਾ ਰਿਹਾ। ਹੁਣ ਦੇਖੋ ਇੱਕ ਉਹਦੇ ਚ ਵੀ ਹੈ 1 ਵਜੇ ਤੋਂ, ਇਹ ਹੈ 1 ਘੰਟਾ। ਸੋ 1 ਘੰਟਾ ਤੇ 1 ਵਜੇ ਵਿੱਚ ਫਰਕ ਸਮਝੋ ਕੀ ਹੈ। ਕੀ ਹੈ ਇਹ 1 ਵਜੇ ਤਾਂ ਆ ਪੁਆਇੰਟ ਹੈ ਜਿੱਥੋਂ ਸ਼ੁਰੂ ਹੋਇਆ ਕੰਮ, ਆ ਜਿਹੜਾ ਹੈ ਪੁਆਇੰਟ ਹੈ ਵੀ 1 ਵਜੇ ਇੱਥੇ ਸ਼ੁਰੂ ਹੋਇਆ ਸੀ ਕੰਮ। ਜਿਹੜਾ ਮੈਂ ਕਹਿ ਰਿਹਾ 1 ਘੰਟੇ ਤੋਂ, ਤਾਂ ਉਹ ਇਹ ਡਿਊਰੇਸ਼ਨ ਹੈ, ਇੰਨਾ ਵੀ ਇੱਥੇ 10 ਮਿੰਟ 20 ਮਿੰਟ 30 ਮਿੰਟ, ਇੱਥੇ ਆ ਕੇ 60 ਮਿੰਟ ਹੋ ਗਏ, ਟੋਟਲ 1 ਘੰਟਾ ਹੋ ਗਿਆ। ਉਹੀ ਚੀਜ਼ ਮੈਂ ਇੱਥੇ ਦਿਖਾਈ ਹੈ ਕਿ ਮੈਂ ਪਿਛਲੇ 1 ਘੰਟੇ ਤੋਂ ਜਾਂ 2 ਘੰਟੇ ਤੋਂ ਪੜ੍ਹਾ ਰਿਹਾ ਹਾਂ। 2 ਘੰਟੇ ਹੋ ਗਏ ਮੈਨੂੰ ਪੜ੍ਹਾਉਂਦੇ ਨੂੰ, ਜਾਂ 1 ਘੰਟਾ ਹੋ ਗਿਆ ਮੈਨੂੰ ਪੜ੍ਹਾਉਂਦੇ ਨੂੰ। ਮੈਂ ਕੀ ਕਰ ਰਿਹਾ, ਆ ਜਿਹੜਾ ਪ੍ਰੈਜ਼ੈਂਟ ਤੱਕ ਦਾ ਟਾਈਮ ਹੈ ਇਸ ਤੋਂ ਪਿੱਛੇ ਚਲਾ ਗਿਆ। ਕਦੋਂ ਸ਼ੁਰੂ ਕੀਤਾ, ਉਹ ਸਟਾਰਟਿੰਗ ਪੁਆਇੰਟ, ਤੇ ਕਿੱਥੇ ਪਹੁੰਚ ਗਿਆ ਉਹ ਐਂਡ ਪੁਆਇੰਟ। ਹਾਲਾਂਕਿ ਹਲੇ ਐਕਸ਼ਨ ਖਤਮ ਨਹੀਂ ਹੋਇਆ। ਸੋ ਇਹ ਟੋਟਲ ਟਾਈਮ ਕਿੰਨਾ ਹੋ ਗਿਆ, ਮੈਂ ਇਹ ਸਾਰਾ ਐਰੋ ਦੇਖ ਲਿਓ ਤੁਸੀਂ, ਇਹ ਛਤਰੀ ਟਾਈਪ ਹੈ ਸਾਰਾ। ਸੋ ਮੈਂ ਟੋਟਲ ਟਾਈਮ ਦੀ ਗੱਲ ਕਰ ਰਿਹਾ ਹਾਂ ਪਾਸਟ ਵਿੱਚ। ਓਕੇ, ਸੋ ਡਿਊਰੇਸ਼ਨ, ਇਸ ਨੂੰ ਅਸੀਂ ਡਿਊਰੇਸ਼ਨ ਕਹਿੰਦੇ ਆ ਕਿ ਕਿੰਨੀ ਦੇਰ ਹੋ ਗਈ ਕੰਮ ਚੱਲਦੇ ਨੂੰ। ਆਓ ਦੇਖਦੇ ਹਾਂ ਇਸ ਨੂੰ ਐਗਜ਼ਾਮਪਲਸ ਦੇ ਵਿੱਚ। ਆਈ ਹੈਵ ਬੀਨ, ਹੁਣ ਆਪਾਂ ਇਹਨਾਂ ਨੂੰ ਹੀ ਕਨਵਰਟ ਕਰ ਰਹੇ ਹਾਂ। ਆਈ ਹੈਵ ਬੀਨ ਟੀਚਿੰਗ, ਹੁਣ ਅਗਰ ਆਪਾਂ ਕਾਊਂਟ ਕਰੀਏ ਰਫਲੀ ਕਹਾਂਗੇ 29 ਸਾਲ ਹੋ ਗਏ। ਓਕੇ, ਸੋ ਮੈਂ ਹੁਣ ਇੱਥੇ ਟੋਟਲ ਟਾਈਮ ਦੱਸ ਰਿਹਾ, ਡਿਊਰੇਸ਼ਨ ਦੱਸ ਰਿਹਾ ਕਿ 1991 ਤੋਂ ਪੜ੍ਹਾਉਣਾ ਸ਼ੁਰੂ ਕੀਤਾ, 2020 ਹੋ ਗਿਆ ਤੇ ਉਹ ਟੋਟਲ ਕੁੱਲ ਮਿਲਾ ਕੇ ਸਮਾਂ 29 ਸਾਲ ਹੋ ਗਏ। ਸੋ ਦੈਟ ਇਜ਼ ਟੋਟਲ ਡਿਊਰੇਸ਼ਨ ਆਫ ਟਾਈਮ। ਸੋ ਮੈਂ ਕੀ ਕਹਾਂਗਾ, ਆਈ ਹੈਵ ਬੀਨ ਟੀਚਿੰਗ ਸਿੰਸ जुलाई 1991। अगर मैं समा दस रहा तो सिंस आएगा, बट इत्थे मैं समा नहीं दस रहा, मैं देर दस रहा किन्नी हो गई, तो 29 साल हो गए, 29 ईयर्स। तो फिर इसलिए इत्थे फॉर आएगा क्योंकि ड्यूरेशन दस रहा है, टोटल टाइम दस रहा है कि कुल मिला के समा किन्ना हो गया। ऐसे तरह यू हैव बीन अंडर कर्फ्यू, इत्थे मार्च असीं एक स्टार्टिंग पॉइंट देता सी। ਹੁਣ ਅਸੀਂ ਕੀ ਕਹਿ ਰਹੇ ਹਾਂ, ਮੋਰ ਦੈਨ ਅ ਮੰਥ, ਕਿ ਇੱਥੋਂ ਸ਼ੁਰੂ ਹੋਇਆ ਇੱਥੇ ਤੱਕ ਹੋਇਆ 10 ਦਿਨ 20 ਦਿਨ 30 ਦਿਨ। ਸੋ ਇਹ 1 ਮਹੀਨੇ ਤੋਂ ਵੀ ਜ਼ਿਆਦਾ ਦੇਰ, ਅਸੀਂ ਉਹ ਦੇਰ ਦੱਸ ਰਹੇ ਹਾਂ, ਉਹ ਡਿਊਰੇਸ਼ਨ ਦੱਸ ਰਹੇ ਹਾਂ ਕਿ ਮੋਰ ਦੈਨ ਅ ਵੀਕ ਔਰ ਅ ਮੰਥ ਔਰ ਸੋ, ਤਾਂ 1 ਮਹੀਨੇ ਤੋਂ ਵੀ ਜ਼ਿਆਦਾ। ਤਾਂ ਮੈਂ 1 ਮਹੀਨਾ ਕਹਿ ਰਿਹਾ, ਮੈਂ ਜੁਲਾਈ ਨਹੀਂ ਮੈਂ ਮਾਰਚ ਨਹੀਂ ਕਹਿ ਰਿਹਾ। ਮਾਰਚ ਸਟਾਰਟਿੰਗ ਪੁਆਇੰਟ ਹੈ, ਮੰਥ ਡਿਊਰੇਸ਼ਨ ਹੈ, ਟੋਟਲ ਸਮਾਂ देरी। सो इसी तरह वी हैव लिव्ड इन सरहिंद फॉर 42 years। अगर हिसाब लगाइए तो 22 हो गए, 78 तो 2000 तक, 28 42 years हो गए। अगेन वही चीज, सेम ड्यूरेशन है, कुल देरी होगी मैनू 42 साल।
ਇੱਥੇ ਰਹਿੰਦਿਆਂ ਨੂੰ। ਸੋ ਇੱਥੇ for ਆ ਗਿਆ। they had been working in the field, ਤਾਂ ਫਿਰ ਮੈਂ ਇੱਥੇ ਕੀ ਕਹਿ ਰਿਹਾ 2 hours। ਇੱਥੇ ਆਪਾਂ ਕਿਹਾ ਸੀ ਸਵੇਰ ਤੋਂ, ਇਹ ਆਪਾਂ ਸਟਾਰਟਿੰਗ ਪੁਆਇੰਟ ਦਿੱਤਾ ਸੀ। ਓਕੇ, ਸਟਾਰਟਿੰਗ ਪੁਆਇੰਟ ਦਿੱਤਾ ਸੀ ਸਵੇਰ ਤੋਂ। ਇੱਥੇ ਆਪਾਂ ਹੁਣ ਸਵੇਰ ਤੋਂ ਟਾਈਮ ਕੱਢ ਲਿਆ ਕਿੰਨਾ, ਕਿ 2 ਘੰਟੇ ਹੋ ਗਏ, ਮੰਨ ਲਓ 7 ਵਜੇ ਸ਼ੁਰੂ ਹੋਇਆ, ਹੁਣ ਮੰਨ ਲਓ 11 ਵਜੇ ਤਾਂ 4 ਘੰਟੇ ਹੋ ਗਏ, 8 ਵਜੇ ਸ਼ੁਰੂ ਹੋਇਆ ਤਾਂ 3 ਘੰਟੇ ਹੋ ਗਏ, 9 ਵਜੇ ਸ਼ੁਰੂ ਹੋਇਆ ਤਾਂ 2 ਘੰਟੇ ਹੋ ਗਏ। ਤਾਂ ਮੈਂ ਇਸ ਲਈ ਇਹ ਵੇਰੀਏਸ਼ਨ ਲਿਆਂਦੀ ਆ, they had been working for 2 hours or 3 hours or 4 hours। ਸੋ ਇਹਦੇ 2 3 4 ਇਹ ਕੀ ਹੈ, ਆਵਰਸ ਦੱਸੇ ਹੋਏ ਆ। ਇੱਥੇ ਮਿੰਟਸ ਵੀ ਹੋ ਸਕਦਾ ਹੈ, ਸੈਕਿੰਡਸ ਵੀ ਹੋ ਸਕਦਾ ਹੈ, ਡੇਜ਼ ਵੀ ਹੋ ਸਕਦਾ ਹੈ, ਮੰਥਸ, ਵੀਕਸ, ਈਅਰਸ, ਕੁਝ ਵੀ ਹੋ ਸਕਦਾ ਹੈ। ਉਹ ਡਿਊਰੇਸ਼ਨ ਦੱਸਣਗੇ ਸਾਰੇ। ਸੋ ਜਦੋਂ ਵੀ ਅਸੀਂ ਡਿਊਰੇਸ਼ਨ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਸਮ ਟਾਈਮ ਵੀ ਹੈ, ਥੋੜਾ ਸਮਾਂ, ਚਾਹੇ ਉਹਦੀ ਡੈਫੀਨੇਸ਼ਨ ਨਹੀਂ ਹੈ ਥੋੜਾ ਸਮਾਂ, ਬਟ ਉਹ ਪੁਆਇੰਟ ਆਫ ਟਾਈਮ ਕਿਤੇ ਵੀ ਨਹੀਂ ਉਹਦੇ ਚ ਆ ਰਿਹਾ ਵੀ ਕਦੋਂ ਸ਼ੁਰੂ ਹੋਇਆ। ਸੋ ਐਸੇ ਤਰ੍ਹਾਂ ਜ਼ਿਆਦਾ ਸਮਾਂ, ਕਈ ਦਿਨ, ਕਾਫੀ ਦਿਨ, ਥੋੜੇ ਸਾਲ, ਥੋੜੇ ਮਿੰਟ। ਸੋ ਇਹ ਸਾਰੇ ਡਿਊਰੇਸ਼ਨ ਦੇ ਵਿੱਚ ਆ ਰਹੇ ਆ, ਕਿਉਂਕਿ ਇਹਦੇ ਚ ਸਾਨੂੰ ਕੰਮ ਸ਼ੁਰੂ ਹੋਇਆ ਕਦੋਂ, ਉਹ ਸਟਾਰਟਿੰਗ ਪੁਆਇੰਟ ਨਹੀਂ ਮਿਲ ਰਿਹਾ। ਸੋ ਇਸ ਨੂੰ ਸਮ ਅਪ ਕਰਨ ਲਈ ਮੈਂ ਦੱਸ ਰਿਹਾ ਤੁਹਾਨੂੰ ਬੱਚਿਓ, ਸਿੰਸ ਫॉर ਪੁਆਇੰਟ ਆਫ ਟਾਈਮ ਔਰ ਸਟਾਰਟਿੰਗ ਪੁਆਇੰਟ ਜਦੋਂ ਸ਼ੁਰੂ ਹੋਇਆ ਕੰਮ, ਜਾਂ ਫਿਰ ਪੰਜਾਬੀ ਚ ਸਮਝਣ ਲਈ ਕਹਿ ਲਓ ਕਦੋਂ ਤੋਂ, ਜੁਲਾਈ 91 ਤੋਂ, ਮਾਰਚ ਤੋਂ, ਸਵੇਰ ਤੋਂ, 1978 ਤੋਂ। ਸੋ ਕਦੋਂ ਤੋਂ ਜਾਂ ਕਿਸ ਸਮੇਂ ਤੋਂ ਸਮਾਂ ਪੁੱਛਿਆ ਜਾ ਰਿਹਾ ਹੈ, ਇਹਨਾਂ ਚ ਸਮੇਂ ਦਾ ਜਵਾਬ ਆ ਰਿਹਾ ਤਾਂ ਸਿੰਸ ਆ ਰਿਹਾ। ਹੁਣ ਜੇ ਮੈਂ ਕਹਾਂ ਕਦੋਂ ਤੋਂ, ਤਾਂ 29 ਸਾਲ ਨਹੀਂ ਹੈ ਕਦੋਂ ਤੋਂ, 1 ਮਹੀਨਾ ਕਦੋਂ ਤੋਂ ਨਹੀਂ ਹੈ, ਜਾਂ ਕਿਸ ਸਮੇਂ ਤੋਂ, ਮੈਂ ਸਮਾਂ ਨਹੀਂ, ਇਹਦੇ ਵਿੱਚ ਦੇਰੀ ਦੱਸੀ ਹੈ ਵੀ ਕਿੰਨੀ ਦੇਰ ਹੋ ਗਈ। ਹਾਂ, ਅਗਰ ਅਸੀਂ ਫॉर ਦੀ ਗੱਲ ਕਰਦੇ ਹਾਂ, ਪੀਰੀਅਡ ਆਫ ਟਾਈਮ, ਡਿਊਰੇਸ਼ਨ ਆਫ ਟਾਈਮ, ਇਹਦੇ ਬਾਰੇ ਮੈਂ ਦੱਸ ਹੀ ਚੁੱਕਿਆ, ਜਾਂ ਟੋਟਲ ਟਾਈਮ, ਵੀ ਟੋਟਲ ਟਾਈਮ ਕਿੰਨਾ ਹੋ ਗਿਆ, ਇੱਥੋਂ ਸ਼ੁਰੂ ਹੋਇਆ ਇੱਥੇ ਖਤਮ ਹੋਇਆ, ਟੋਟਲ ਟਾਈਮ ਕਿੰਨਾ ਹੋ ਗਿਆ। ਸੋ ਪੀਰੀਅਡ ਔਰ ਡਿਊਰੇਸ਼ਨ ਆਫ ਟਾਈਮ ਔਰ ਟੋਟਲ ਟਾਈਮ, ਯਾਨੀ ਕਿੰਨੀ ਦੇਰ ਤੋਂ, ਇੱਥੇ ਜਵਾਬ ਆ ਰਿਹਾ ਕਿੰਨੀ ਦੇਰ ਤੋਂ, 29 ਸਾਲਾਂ ਤੋਂ, 1 ਮਹੀਨੇ ਤੋਂ, ਕਿੰਨੀ ਦੇਰ ਤੋਂ, 42 ਸਾਲਾਂ ਤੋਂ, ਕਿੰਨੀ ਦੇਰ ਤੋਂ, 2 ਸਾਲ, 2 ਮਹੀਨਿਆਂ ਤੋਂ, 2 ਵੀਕਸ ਤੋਂ, 2 ਘੰਟਿਆਂ ਤੋਂ, 4 ਘੰਟਿਆਂ ਤੋਂ। ਸੋ ਇਸ ਨੂੰ ਆਈ ਹੋਪ ਮੈਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਸਮਝਾਉਣ ਦੀ, ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ, ਮੈਂ ਇਹੀ ਉਮੀਦ ਕਰਦਾ। ਸਿੰਸ ਫॉर ਨੂੰ ਇੱਕ ਵਾਰੀ ਹੁਣ ਬੁੱਕਸ ਵਿੱਚ ਦੇਖੋ, ਪੁਰਾਣੀਆਂ, ਚਾਹੇ 7ਵੀਂ 8ਵੀਂ 9ਵੀਂ ਦੀ ਚੱਕ ਲਓ। ਸਿੰਸ ਦੇ ਸੈਂਟੈਂਸਸ ਦੇਖੋ ਕਿਵੇਂ ਯੂਜ਼ ਹੋਏ ਰਿਹਾ ਹੈ, ਉਹਨਾਂ ਨੂੰ ਯੂਜ਼ ਕਿਵੇਂ ਕੀਤਾ ਗਿਆ ਹੈ। ਸਿੰਸ ਫॉर ਦੀ ਗੱਲ ਕਰ ਰਹੇ ਹਾਂ ਦੋਹਾਂ ਦੀ। ਸੋ ਇਹਨਾਂ ਨੂੰ ਦੇਖੋ ਵਾਕਾਂ 'ਚ ਕਿਵੇਂ ਪ੍ਰਯੋਗ ਹੋਇਆ ਹੈ। ਉੱਥੇ ਤੁਸੀਂ ਆਪਣਾ ਇੱਕ ਇਮੇਜਿਨੇਸ਼ਨ, ਆਪਣਾ ਆਈਡੀਆ ਲੈ ਕੇ ਉਹਨੂੰ ਟ੍ਰਾਂਸਲੇਟ ਕਰਕੇ ਸਮਝਣ ਦੀ ਕੋਸ਼ਿਸ਼ ਕਰੋ, ਤੇ ਇਹ ਕਨਸੈਪਟ ਦੇ ਮੁਤਾਬਕ ਉਹ ਸੈਂਟੈਂਸਸ ਨੂੰ ਸਮਝੋ ਕਿ ਸਿੰਸ ਤੇ ਫॉर ਕਿਵੇਂ ਯੂਜ਼ ਹੋਏ ਹੈ। ਸੋ ਮੈਂ ਨਾਲ ਇਹ ਵੀ ਕਹਾਂਗਾ, ਇਹਨਾਂ ਨੂੰ ਅੱਗੇ ਯੂਜ਼ ਵੀ ਕਰੋ ਆਪਣੇ ਮਨ ਵਿੱਚ ਇੱਕ ਕਨਸੈਪਟ ਲੈ ਕੇ। ਆਈ ਹੋਪ ਤੁਸੀਂ ਸੈਂਟੈਂਸਸ ਬਣਾਓਗੇ ਆਪਣੇ ਵੱਲੋਂ ਵੀ, ਤੇ ਇਹ ਸੈਂਟੈਂਸਸ ਦੇ ਰਾਹੀਂ ਤੁਸੀਂ ਸਿੰਸ ਤੇ ਫॉर ਦਾ ਯੂਜ਼ ਹੋਰ ਵੀ ਅੱਛੇ ਤਰੀਕੇ ਨਾਲ ਕਰ ਸਕੋਗੇ। ਜੇ ਤੁਹਾਡੇ ਡਾਊਟਸ ਦੂਰ ਹੋ ਜਾਣਗੇ, ਹੋਰ ਵੀ ਯੂਜ਼ ਕਰੇ ਤੇ ਕਿਸੇ ਕੰਮ ਨੂੰ ਕਰੇ ਤੇ ਹੀ ਜ਼ਿਆਦਾ ਸਾਨੂੰ ਸਮਝ ਆਉਂਦੀ ਹੈ। ਸੋ ਆਈ ਹੋਪ ਇਹ ਚੀਜ਼ਾਂ ਦਾ ਤੁਹਾਨੂੰ ਫਾਇਦਾ ਹੋਏਗਾ। ਤੁਸੀਂ ਇਹਨਾਂ ਤੇ ਪ੍ਰੈਕਟਿਸ ਕਰੋ ਵੱਧ ਤੋਂ ਵੱਧ, ਤੇ ਇਸ ਤੋਂ ਬਾਅਦ ਤੁਸੀਂ ਇਹ ਸਿੰਸ ਫॉर ਤੇ ਜੋ ਵਿਲ ਸ਼ੈਲ ਦੀ ਆਪਾਂ ਗੱਲ ਕਰ ਰਹੇ ਸੀ, ਇਹ ਚੀਜ਼ਾਂ ਆਈ ਹੋਪ ਕਿ ਕਲੀਅਰ ਹੋ ਗਈਆਂ ਹੋਣਗੀਆਂ, ਤੇ ਇਸ ਤੋਂ ਬਾਅਦ ਅਸੀਂ ਵੌਇਸ ਨੂੰ ਜਿਹੜਾ ਡਿਸਕਸ ਕਰਾਂਗੇ। ਥੈਂਕ ਯੂ ਵੈਰੀ ਮਚ, ਟੇਕ ਕੇਅਰ, ਬਾਏ।